हाँ जी स्टूडेंट्स, लास्ट टाइम तुसी ਨੂਮੈਰੀਕਲਸ डिस्कस ਕੀਤੇ ਹੈ ਜਿਹਦੇ ਵਿੱਚ ਵੇਵਲੈਂਥ ਜੋ ਹੈ ਕਿਸੇ ਵੀ ਇਲੈਕਟ੍ਰੋਨ ਦੀ ਜਾਂ ਕਿਸੇ ਵੀ ਮਟੀਰੀਅਲ ਪਾਰਟੀਕਲ ਦੀ ਉਹ ਕੈਲਕੂਲੇਟ ਕੀਤੀ ਜਾ ਸਕਦੀ ਹੈ। ਤੇ ਉਸ ਤੋਂ ਪਹਿਲਾਂ ਆਪਾਂ ਟੌਪਿਕ ਸਟਾਰਟ ਕੀਤਾ ਸੀ ਡਿਊਲ ਨੇਚਰ ਆਫ ਮੈਟਰ ਜਾਂ ਡਿਊਲ ਨੇਚਰ ਆਫ ਇਲੈਕਟ੍ਰੋਨਸ ਦਾ। ਇਹ ਦੋ ਜੋ ਹੈ ਡਿਵੈਲਪਮੈਂਟਸ ਜਿਨ੍ਹਾਂ ਨੇ ਮਾਡਰਨ ਜਿਹੜੀ ਸਟਰਕਚਰ ਹੈ ਐਟਮ ਦੀ ਉਹਦੇ ਲਈ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ, ਉਹ ਟੌਪਿਕ ਆਪਾਂ ਡਿਸਕਸ ਕਰ ਰਹੇ ਸੀ। ਜਿਹਦੇ 'ਚ ਪਹਿਲੀ ਡਿਵੈਲਪਮੈਂਟ ਸੀ ਡਿਊਲ ਨੇਚਰ ਆਫ ਮੈਟਰ ਜਾਂ ਡਿਊਲ ਨੇਚਰ ਆਫ ਇਲੈਕਟ੍ਰੋਨਸ, ਤੇ ਦੂਜੀ ਡਿਵੈਲਪਮੈਂਟ ਹੈ ਹੁਣ ਸਾਡੇ ਕੋਲ ਹੈਸਨਬਰਗਸ ਅਨਸਰਟੇਨਿਟੀ ਪ੍ਰਿੰਸੀਪਲ। ਸੋ ਇੱਕ ਤਾਂ ਤੁਸੀਂ ਪਹਿਲਾਂ ਡਿਸਕਸ ਕਰ ਲਿਆ ਕਿ ਜਿਵੇਂ ਇਲੈਕਟ੍ਰੋਮੈਗਨੈਟਿਕ ਵੇਵਸ ਜਿਹੜੀਆਂ ਨੇ ਉਹਨਾਂ ਦਾ ਡਿਊਲ ਕਰੈਕਟਰ ਹੁੰਦਾ ਕਿ ਉਹਨਾਂ ਦਾ ਪਾਰਟੀਕਲ ਨੇਚਰ ਵੀ ਹੈ ਤੇ ਵੇਵ ਨੇਚਰ ਵੀ ਹੈ। ਉਸੇ ਤਰ੍ਹਾਂ ਇਸ ਟੌਪਿਕ ਦੇ ਵਿੱਚ ਤੁਸੀਂ ਡਿਸਕਸ ਕੀਤਾ ਸੀ ਕਿ ਜਿਹੜੀ ਮੈਟਰ ਨੇ ਜਾਂ ਇਲੈਕਟ੍ਰੋਨਸ, ਪ੍ਰੋਟੋਨਸ ਜਾਂ ਫਿਰ ਇਹੋ ਜਿਹੇ ਪਾਰਟੀਕਲਸ, ਐਟਮਸ ਜਾਂ ਮੋਲੀਕਿਊਲਸ, ਉਹਨਾਂ ਦਾ ਵੀ ਡਿਊਲ ਕਰੈਕਟਰ ਹੁੰਦਾ ਕਿ ਇਹ ਵੀ ਪਾਰਟੀਕਲਸ ਦੀ ਤਰ੍ਹਾਂ ਵੀ ਬਿਹੇਵ ਕਰਦੇ ਆ ਤੇ ਨਾਲ ਦੀ ਨਾਲ ਇਹਨਾਂ ਦਾ ਵੇਵ ਨੇਚਰ ਵੀ ਹੁੰਦਾ। ਤੇ ਇਹ ਨੈਕਸਟ ਦੂਜੀ ਡਿਵੈਲਪਮੈਂਟ ਜੋ ਕੁਆਂਟਮ ਮਕੈਨੀਕਲ ਮਾਡਲ ਦੇ ਲਈ ਜਾਂ ਮਾਡਰਨ ਸਟਰਕਚਰ ਆਫ ਐਟਮ ਦੇ ਲਈ ਜੋ ਦੂਜੀ ਡਿਵੈਲਪਮੈਂਟ ਹੈ ਇਹ ਇੱਥੇ ਆਪਾਂ ਡਿਸਕਸ ਕਰਾਂਗੇ। ਹੈਸਨਬਰਗਸ ਅਨਸਰਟੇਨਿਟੀ ਪ੍ਰਿੰਸੀਪਲ, ਜਿਹਨੂੰ ਕਿਹਾ ਜਾਂਦਾ ਹੈ ਹੈਸਨਬਰਗ ਦਾ ਅਨਿਸ਼ਚਿਤਤਾ ਦਾ ਸਿਧਾਂਤ। ਇਹਨੇ ਅਨਸਰਟੇਨਿਟੀ ਦੇ ਬਾਰੇ ਦੱਸਿਆ ਕਿ ਜਿਹੜੇ ਵੀ ਮਟੀਰੀਅਲ ਪਾਰਟੀਕਲਸ ਨੇ, ਇਲੈਕਟ੍ਰੋਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਹਿੰਦਾ ਇਲੈਕਟ੍ਰੋਨ ਦੀ ਪੋਜੀਸ਼ਨ ਜੋ ਹੈ ਉਹ ਬਿਲਕੁਲ ਅਨਸਰਟੇਨ ਹੁੰਦੀ ਹੈ। ਇਹ ਨਹੀਂ ਹੈ ਕਿ ਜਿਵੇਂ ਪਹਿਲਾਂ ਰਦਰਫੋਰਡ ਨੇ ਜਾਂ ਨੀਲਸ ਬੋਹਰ ਨੇ ਇਹ ਦੱਸਿਆ ਸੀ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਪਰਟੀਕੂਲਰ ਔਰਬਿਟਸ ਦੇ ਵਿੱਚ ਰਿਵੋਲਵ ਕਰਦੇ ਆ ਨਿਊਕਲੀਅਸ ਦੇ ਸਰਾਊਂਡਡ। ਪਰਟੀਕੂਲਰ ਔਰਬਿਟ ਦੇ ਵਿੱਚ ਰਿਵੋਲਵ ਕਰਦੇ, ਇਹਦਾ ਮਤਲਬ ਉਹਨਾਂ ਦੀ ਪੋਜੀਸ਼ਨ ਦੱਸ ਦਿੱਤੀ ਕਿ ਇਲੈਕਟ੍ਰੋਨ ਇੱਥੇ ਹੀ ਹੈ। ਪਰ ਜਦ ਕਿ ਹੈਸਨਬਰਗ ਨੇ ਇਹ ਦੱਸਿਆ ਸੀ ਕਿ ਇਲੈਕਟ੍ਰੋਨ ਤਾਂ ਇੰਨਾ ਸਮੋਲੈਸਟ ਪਾਰਟੀਕਲ ਹੈ ਕਿ ਉਹਦੀ ਪੋਜੀਸ਼ਨ ਤੇ ਉਹਦਾ ਮੋਮੈਂਟਮ ਦੋਨੋਂ ਹੀ ਆਪਾਂ ਐਕੂਰੇਸੀ ਦੇ ਨਾਲ ਦੱਸ ਹੀ ਨਹੀਂ ਸਕਦੇ। ਨਾਰਮਲ ਦੇ ਵਿੱਚ ਆਪਾਂ ਦੇਖਦੇ ਹਾਂ ਕਦੇ ਕਦੇ ਸਵੇਰੇ ਜਦੋਂ ਰੋਸ਼ਨਦਾਨ ਦੇ ਵਿੱਚੋਂ ਧੁੱਪ ਆਉਂਦੀ ਹੈ ਤਾਂ ਉਹ ਜਦੋਂ ਲਾਈਟ ਦਾ ਬੀਮ ਆਉਂਦਾ ਹੈ ਤਾਂ ਉਹਦੇ ਵਿੱਚ ਛੋਟੇ ਛੋਟੇ ਪਾਰਟੀਕਲਸ ਜੋ ਹੈ ਧੂੜ ਮਿੱਟੀ ਦੇ ਕਣ ਉਹ ਸਾਨੂੰ ਨਜ਼ਰ ਆਉਂਦੇ ਆ। ਤਾਂ ਧੂੜ ਮਿੱਟੀ ਦੇ ਕਣ ਤੁਸੀਂ ਕਿਸੇ ਇੱਕ ਦੇ ਉੱਤੇ ਵੀ ਨਿਗਾਹ ਟਿਕਾ ਕੇ ਦੇਖ ਲਿਓ, ਤੁਹਾਨੂੰ ਉਹਦੀ ਪੋਜੀਸ਼ਨ ਐਗਜ਼ੈਕਟ ਨਹੀਂ ਪਤਾ ਚੱਲੇਗੀ ਕਿ ਹੁਣ ਇੱਥੇ ਸੀ ਕਿੱਥੇ ਚਲੇ ਗਿਆ, ਤੇ ਨਾ ਹੀ ਉਹਦਾ ਐਕੂਰੇਸੀ ਦੇ ਨਾਲ ਆਪਾਂ ਕੋਈ ਮੋਮੈਂਟਮ ਮੈਜ਼ਰ ਕਰ ਸਕਦੇ ਹਾਂ। ਜਦ ਉਹ ਪਾਰਟੀਕਲ ਜਿਹੜਾ ਸਾਨੂੰ ਨੇਕਡ ਆਈ ਦੇ ਨਾਲ ਦਿਖ ਰਿਹਾ, ਜਦ ਉਹਦੀ ਪੋਜੀਸ਼ਨ ਆਪਾਂ ਐਕੂਰੇਸੀ ਦੇ ਨਾਲ ਨਹੀਂ ਦੇਖ ਸਕਦੇ, ਤਾਂ ਇਲੈਕਟ੍ਰੋਨ ਤਾਂ ਜੋ ਹੈ ਇਹ ਤਾਂ ਹੈ ਮਾਈਕਰੋਸਕੋਪਿਕ ਪਾਰਟੀਕਲ ਹੈ। ਇਹਨੂੰ ਤਾਂ ਐਕੂਰੇਸੀ ਦੇ ਨਾਲ ਵੈਸੇ ਹੀ ਆਪਾਂ ਇਹਦੀ ਪੋਜੀਸ਼ਨ ਤੇ ਇਹਦਾ ਮੋਮੈਂਟਮ ਨਹੀਂ ਮੈਜ਼ਰ ਕਰ ਸਕਦੇ। ਸੋ ਇਹ ਹੈਸਨਬਰਗ ਨੇ ਅਨਿਸ਼ਚਿਤਤਾ ਦਾ ਸਿਧਾਂਤ ਦਿੱਤਾ ਸੀ, ਤੇ ਜਿਸ ਤੇ ਬੇਸਡ ਫਿਰ ਜੋ ਨੀਲਸ ਬੋਹਰ ਦਾ ਐਟੋਮਿਕ ਮਾਡਲ ਸੀ ਉਹਨੂੰ ਡਿਸਕਾਰਡ ਕੀਤਾ ਗਿਆ। ਤੇ ਬਾਅਦ ਦੇ ਵਿੱਚ ਫਿਰ ਇੱਕ ਔਰਬਿਟ ਦੀ ਬਜਾਏ ਹੈਸਨਬਰਗ ਨੇ ਔਰਬਿਟਲ ਦੇ ਬਾਰੇ ਦੱਸਿਆ ਕਿ ਜਿਹੜੇ ਇਲੈਕਟ੍ਰੋਨਸ ਨੇ ਉਹ ਪਰਟੀਕੂਲਰ ਔਰਬਿਟ ਨਹੀਂ, ਔਰਬਿਟਲ ਦੇ ਵਿੱਚ ਹੁੰਦੇ ਆ। ਤੇ ਔਰਬਿਟਲ ਨੂੰ ਵੀ ਉਹਨੇ ਡਿਫਾਈਨ ਕੀਤਾ ਸੀ ਕਿ ਇੱਕ ਇਹੋ ਜਿਹਾ ਰੀਜਨ ਹੈ ਨਿਊਕਲੀਅਸ ਦੇ ਸਰਾਊਂਡਡ ਜਿੱਥੇ ਇਲੈਕਟ੍ਰੋਨ ਦੇ ਹੋਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੁੰਦੀ ਹੈ। ਸੋ ਉਹਦੇ ਬਾਰੇ ਵੀ ਨੈਕਸਟ ਆਪਾਂ ਡਿਸਕਸ ਕਰਾਂਗੇ, ਬਟ ਪਹਿਲਾਂ ਇਹ ਡਿਸਕਸ ਕਰਾਂਗੇ ਹੁਣ ਆਪਾਂ ਹੈਸਨਬਰਗ ਦੇ ਅਨਿਸ਼ਚਿਤਤਾ ਦੇ ਸਿਧਾਂਤ ਦੇ ਬਾਰੇ। ਡੈਫੀਨੇਸ਼ਨ ਹੈ ਪਹਿਲਾਂ ਇਸ ਦੀ, ਇਟ ਸਟੇਟਸ ਦੈਟ it is not possible to measure simultaneously both the position and momentum of a microscopic particle with absolute accuracy। ਹੈਸਨਬਰਗ ਨੇ ਕਿਹਾ ਕਿ ਇਹ ਪੋਸੀਬਲ ਹੀ ਨਹੀਂ ਹੈ ਕਿ ਆਪਾਂ ਦੋਨੋਂ ਚੀਜ਼ਾਂ ਨੂੰ ਇੱਕੋ ਸਮੇਂ ਇਕੱਠਿਆਂ ਮੈਜ਼ਰ ਕਰ ਸਕੀਏ। ਨੰਬਰ 1 ਪੋਜੀਸ਼ਨ ਤੇ ਮੋਮੈਂਟਮ ਕਿਹਦਾ, ਕਿਸੇ ਵੀ ਮਾਈਕਰੋਸਕੋਪਿਕ ਪਾਰਟੀਕਲ ਦਾ। ਮਾਈਕਰੋਸਕੋਪਿਕ ਪਾਰਟੀਕਲਸ ਇਲੈਕਟ੍ਰੋਨਸ ਹੋ ਗਏ, ਪ੍ਰੋਟੋਨਸ ਹੋ ਗਏ, ਵਿਦ ਐਬਸੋਲਿਊਟ ਐਕੂਰੇਸੀ। ਕਹਿੰਦਾ ਬਿਲਕੁਲ ਐਕੂਰੇਸੀ ਦੇ ਨਾਲ ਆਪਾਂ ਦੱਸੇ ਨਹੀਂ ਸਕਦੇ ਕਿ ਇਲੈਕਟ੍ਰੋਨ ਦੀ ਪੋਜੀਸ਼ਨ, ਕਿ ਕਿੱਥੇ ਇਲੈਕਟ੍ਰੋਨ ਜੋ ਹੈ ਉਹ ਰਿਵੋਲਵ ਕਰਦਾ ਹੈ ਨਿਊਕਲੀਅਸ ਦੇ ਸਰਾਊਂਡਡ ਕਿੱਥੇ ਹੈ, ਤੇ ਉਹਦਾ ਮੋਮੈਂਟਮ ਹੁੰਦਾ ਮਾਸ ਇਨਟੂ ਵੈਲੋਸਿਟੀ। ਸੋ ਇਹ ਵੀ ਕਹਿੰਦਾ ਐਕੂਰੇਸੀ ਦੇ ਨਾਲ ਆਪਾਂ ਨਹੀਂ ਦੱਸ ਸਕਦੇ ਕਿ ਪਾਰਟੀਕਲ ਕਿੱਥੇ ਹੈ ਤੇ ਕਿੰਨੀ ਸਪੀਡ ਦੇ ਨਾਲ ਮੂਵ ਕਰ ਰਿਹਾ। ਤੇ ਮੈਥਮੈਟੀਕਲ ਰਿਲੇਸ਼ਨ ਵੀ ਦਿੱਤਾ ਸੀ ਉਹਨੇ ਆਪਣਾ, ਇਹ ਬੜਾ ਇੰਪੋਰਟੈਂਟ ਹੈ ਮੈਥਮੈਟੀਕਲ ਰਿਲੇਸ਼ਨ। ਅੱਗੇ ਕੰਪੀਟੀਸ਼ਨ ਦੇ ਵਿੱਚ ਵੀ ਇਹ ਰਿਲੇਸ਼ਨ ਤੇ ਬੇਸਡ ਜੋ ਹੈ ਟੌਪਿਕ ਆਉਂਦੇ ਆ। ਡੈਲਟਾ ਐਕਸ ਇੰਟੂ ਡੈਲਟਾ ਪੀ ਇਜ਼ ਗ੍ਰੇਟਰ ਦੈਨ ਇਕੁਅਲ ਟੂ, ਇਹ ਸਿੰਬਲ ਪਿਆ ਹੋਇਆ ਇੱਥੇ, ਇਹ ਗ੍ਰੇਟਰ ਦੈਨ ਦਾ ਹੈ ਤੇ ਇਕੁਅਲ ਟੂ ਜਿਵੇਂ ਮੈਥ ਦੇ ਵਿੱਚ ਤੁਸੀਂ ਡਿਸਕਸ ਕਰਦੇ ਆ, ਗ੍ਰੇਟਰ ਦੈਨ ਇਕੁਅਲ ਟੂ h ਅਪੋਨ 4π, ਜਿੱਥੇ ਦੱਸਿਆ ਹੋਇਆ ਵੇਅਰ ਡੈਲਟਾ ਐਕਸ ਇਜ਼ ਦਾ ਅਨਸਰਟੇਨਿਟੀ ਇਨ ਪੋਜੀਸ਼ਨ ਐਂਡ ਡੈਲਟਾ ਪੀ ਇਜ਼ ਅਨਸਰਟੇਨਿਟੀ ਇਨ ਮੋਮੈਂਟਮ। ਇਹ ਹੈ ਅਨਸਰਟੇਨਿਟੀ ਇਨ ਪੋਜੀਸ਼ਨ, ਇਹ ਹੈ ਅਨਸਰਟੇਨਿਟੀ ਇਨ ਮੋਮੈਂਟਮ, ਤੇ h ਪਲੈਂਕਸ ਕੌਂਸਟੈਂਟ ਹੈ। ਕਹਿੰਦਾ ਅਨਸਰਟੇਨਿਟੀ ਇਨ ਪੋਜੀਸ਼ਨ ਤੇ ਅਨਸਰਟੇਨਿਟੀ ਇਨ ਮੋਮੈਂਟਮ ਜੇ ਇਹਨਾਂ ਦੋਨਾਂ ਵੈਲਿਊਜ਼ ਨੂੰ ਮਲਟੀਪਲਾਈ ਕਰ ਦਈਏ ਤਾਂ ਇਹਨਾਂ ਦੀ ਵੈਲਿਊ ਜੋ ਹੈ ਉਹ ਜਾਂ ਤਾਂ h ਅਪੋਨ 4π ਦੇ ਬਰਾਬਰ ਆਵੇਗੀ
ਜਾਂ ਇਸ ਤੋਂ ਜ਼ਿਆਦਾ ਹੋਵੇਗੀ, ਇਸ ਤੋਂ ਘੱਟ ਕਦੇ ਵੀ ਨਹੀਂ ਆਵੇਗੀ। ਇਹ ਪ੍ਰੋਟੋਕੋਲ ਹੈ ਇਹਦਾ ਵੈਲਿਊ ਦਾ। ਸੋ ਇੱਥੇ ਹੋਰ ਵੀ ਅੱਗੇ ਦੱਸਿਆ ਹੋਇਆ, ਵੀ ਨੋ ਦੈਟ P ਇਜ਼ ਇਕੁਅਲ ਟੂ M ਇੰਟੂ V। ਜਿਹੜਾ ਮੋਮੈਂਟਮ ਹੈ P ਦੇ ਨਾਲ ਡਿਨੋਟ ਕਰਦੇ ਇਹਨੂੰ, ਅਤੇ ਇਹ ਹੁੰਦਾ ਮਾਸ ਇੰਟੂ ਵੈਲੋਸਿਟੀ। ਅਤੇ ਇਸੇ ਤਰ੍ਹਾਂ ਫਿਰ ਡੈਲਟਾ V ਲੈਣੀ ਹੋਵੇ, ਡੈਲਟਾ P ਲੈਣੀ ਹੋਵੇ, ਡੈਲਟਾ ਮੀਨਸ ਚੇਂਜ ਇਨ ਮੋਮੈਂਟਮ, ਤਾਂ ਇਟ ਇਜ਼ ਇਕੁਅਲ ਟੂ ਚੇਂਜ ਇਨ ਮਾਸ ਇੰਟੂ ਵੈਲੋਸਿਟੀ। ਮਾਸ ਜੋ ਹੈ ਇਲੈਕਟ੍ਰੋਨ ਦਾ ਕੌਨਸਟੈਂਟ ਹੁੰਦਾ, ਇਸ ਕਰਕੇ ਇਹਦੇ 'ਚ ਕੋਈ ਚੇਂਜ ਨਹੀਂ ਹੁੰਦੀ। ਸੋ ਮਾਸ ਬਾਹਰ ਆ ਗਿਆ ਇੱਥੇ ਲਿਖਿਆ ਹੋਇਆ ਡੈਲਟਾ V, ਕਿਉਂਕਿ ਵੈਲੋਸਿਟੀ ਜੋ ਹੈ ਉਹ ਚੇਂਜ ਹੋ ਸਕਦੀ ਹੈ ਕਿਸੇ ਵੀ ਪਾਰਟੀਕਲ ਦੀ। ਤੁਸੀਂ ਡਿਫਰੈਂਸ ਦੇ ਵਿੱਚ ਪੜ੍ਹਿਆ ਕਿ ਜਿਹੜੇ ਮਟੀਰੀਅਲ ਪਾਰਟੀਕਲਸ ਨੇ ਉਹ ਡਿਫਰੈਂਟ ਵੈਲੋਸਿਟੀ ਦੇ ਨਾਲ ਮੂਵ ਕਰਦੇ ਆ, ਸੋ ਇਹਦੇ ਵਿੱਚ ਚੇਂਜ ਹੋ ਸਕਦੀ ਹੈ। ਸੋ ਇਹ ਡੈਲਟਾ P ਇਜ਼ ਇਕੁਅਲ ਟੂ M ਡੈਲਟਾ V ਆ ਗਿਆ, ਕਿਉਂਕਿ M ਕੌਨਸਟੈਂਟ ਹੈ। ਸੋ ਇਸ ਵੈਲਿਊ ਨੂੰ ਆ ਉੱਪਰ ਇੱਕ ਨੰਬਰ ਇਕੁਏਸ਼ਨ ਹੈ ਇਹਦੇ 'ਚ ਪੁੱਟ ਕਰ ਦਈਏ, ਤਾਂ ਇਹ ਆ ਗਿਆ ਡੈਲਟਾ X ਇੰਟੂ ਡੈਲਟਾ P ਦੀ ਬਜਾਏ ਲਿਖ ਦਿੱਤਾ M ਡੈਲਟਾ V ਇਜ਼ ਗ੍ਰੇਟਰ ਦੈਨ ਇਕੁਅਲ ਟੂ H ਅਪੋਨ 4π, ਅਤੇ M ਨੂੰ ਇਸ ਪਾਸੇ ਲੈ ਕੇ ਨੀਚੇ, ਔਰ ਇਹ ਆ ਗਿਆ ਡੈਲਟਾ X ਇੰਟੂ ਡੈਲਟਾ V ਇਜ਼ ਗ੍ਰੇਟਰ ਦੈਨ ਇਕੁਅਲ ਟੂ H ਅਪੋਨ 4πm, M ਇੱਧਰ ਆ ਗਿਆ। ਸੋ ਇਹ ਰਿਲੇਸ਼ਨ ਹੈ, ਇਸ 'ਤੇ ਬੇਸਡ ਨੂਮੈਰੀਕਲ ਵੀ ਆਉਂਦੇ ਹੈ, ਅਤੇ ਨੈਕਸਟ ਅੱਗੇ ਹਾਇਰ ਕਲਾਸਿਸ 'ਚ ਜਾ ਕੇ ਵੀ ਇਹ ਜੋ ਟੌਪਿਕ ਹੈ ਤੁਹਾਡੇ ਜ਼ਰੂਰ ਕੰਮ ਆਉਂਦਾ ਇਹ। ਸੋ ਇਹ ਹੈ ਸਾਡੇ ਕੋਲ ਹੈਸਨਬਰਗ ਦਾ ਅਨਿਸ਼ਚਿਤਤਾ ਦਾ ਸਿਧਾਂਤ, ਜਿਸ 'ਤੇ ਬੇਸਡ ਹੈਸਨਬਰਗ ਨੇ ਇਲੈਕਟ੍ਰੋਨ ਜੋ ਹੈ ਉਹਦੀ ਪੋਜੀਸ਼ਨ ਨੂੰ ਡਿਸਕਾਰਡ ਕੀਤਾ। ਜਿਵੇਂ ਨੀਲਸ ਬੋਹਰ ਨੇ ਦੱਸਿਆ ਸੀ, ਉਹਨੇ ਦੱਸਿਆ ਕਿ ਇਸ ਤਰ੍ਹਾਂ ਇਲੈਕਟ੍ਰੋਨਸ ਜਿਹੜੇ ਹੈ ਉਹ ਪਰਟੀਕੁਲਰ એનર્ਜੀ ਲੈਵਲਸ ਜਾਂ ਪਰਟੀਕੁਲਰ ਔਰਬਿਟਸ ਦੇ ਵਿੱਚ ਨਹੀਂ ਰਿਵੋਲਵ ਕਰਦੇ, ਉਹਨਾਂ ਦੀ ਪੋਜੀਸ਼ਨ ਤਾਂ ਕਹਿੰਦਾ ਆਪਾਂ ਐਕੂਰੇਸੀ ਦੇ ਨਾਲ ਨਹੀਂ ਦੱਸ ਸਕਦੇ ਹਾਂ। ਅਤੇ ਇਸ ਤੋਂ ਬਾਅਦ ਇੱਕ ਫਿਰ ਕੁਐਸਚਨ ਵੀ ਆਉਂਦਾ ਸਾਡੇ ਕੋਲ ਇਸ ਹੈਸਨਬਰਗ ਦੇ ਅਨਸਰਟੇਨਿਟੀ ਪ੍ਰਿੰਸੀਪਲ 'ਤੇ ਬੇਸਡ, ਕਿ ਇਹ ਜੋ ਹੈਸਨਬਰਗ ਦਾ ਅਨਸਰਟੇਨਿਟੀ ਪ੍ਰਿੰਸੀਪਲ ਹੈ, ਇਸ ਦੀ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੀ ਮਹੱਤਤਾ ਹੈ। ਕੁਐਸਚਨ ਹੈ, what is the significance of uncertainty principle in our daily life? So पढ़ते हैं ਇਹਦੇ ਬਾਰੇ। the uncertainty principle has no significance in our daily life। ਕਹਿੰਦੇ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਦੀ ਕੋਈ ਮਹੱਤਤਾ ਨਹੀਂ ਹੈ, because we deal with only large objects। ਕਿਉਂਕਿ ਕਹਿੰਦੇ ਅਸੀਂ ਤਾਂ ਰੋਜ਼ਾਨਾ ਵੱਡੇ ਵੱਡੇ ਆਬਜੈਕਟਸ ਦੇ ਨਾਲ ਡੀਲ ਕਰਦੇ ਹਾਂ, that is the objects which we observed through naked eyes। ਕਹਿੰਦੇ ਉਹ ਆਬਜੈਕਟ ਜਿਨ੍ਹਾਂ ਨੂੰ ਆਪਾਂ ਆਪਣੀਆਂ ਅੱਖਾਂ ਦੇ ਨਾਲ ਨੋਰਮਲ ਦੇਖ ਸਕਦੇ ਹਾਂ। ਇਹ ਨਹੀਂ ਹੈ ਕਿ ਕਿਸੇ ਚੀਜ਼ ਨੂੰ ਦੇਖਣ ਦੇ ਲਈ ਸਾਨੂੰ ਰੋਜ਼ਾਨਾ ਮਾਈਕਰੋਸਕੋਪ ਦੀ ਜ਼ਰੂਰਤ ਪੈਂਦੀ ਹੈ। ਆ ਮੈਂ ਹੱਥ ਦੇ ਵਿੱਚ ਪੈਨਸਲ ਫੜੀ ਹੋਈ ਹੈ, ਆ ਕਾਪੀ ਹੈ ਤੁਸੀਂ ਦੇਖ ਰਹੇ ਹੋ, ਜਾਂ ਹੋਰ ਮਟੀਰੀਅਲ ਜੋ ਵੀ ਤੁਸੀਂ ਦੇਖਦੇ ਆ, ਉਹ ਸਾਰੀਆਂ ਚੀਜ਼ਾਂ ਜੋ ਹੈ ਆਪਾਂ ਇਸੇ ਤਰ੍ਹਾਂ ਅੱਖਾਂ ਨਾਲ ਦੇਖਦੇ ਹਾਂ, ਕਿਸੇ ਨੂੰ ਮਾਈਕਰੋਸਕੋਪ ਦੀ ਮਦਦ ਦੇ ਨਾਲ ਨਹੀਂ ਦੇਖਦੇ ਆਪਾਂ। ਸੋ ਆਪਾਂ ਲਾਰਜ ਆਬਜੈਕਟਸ ਦੇ ਨਾਲ ਰੋਜ਼ਾਨਾ ਜ਼ਿੰਦਗੀ 'ਚ ਡੀਲ ਕਰਦੇ ਹਾਂ। that is the objects which we observed through naked eyes without disturbing their motion। ਕਿ ਆਪਾਂ ਕਿਸੇ ਦੀ ਮੋਸ਼ਨ ਵੀ ਡਿਸਟਰਬ ਨਹੀਂ ਕਰਦੇ। ਆ ਪੈਨਸਲ ਪਈ ਹੈ ਐਜ਼ ਇਟ ਇਜ਼, ਇਹ ਨਹੀਂ ਹੈ ਕਿ ਇਹਨੂੰ ਹਿਲਾ ਕੇ ਮੈਨੂੰ ਦੇਖਣਾ ਪੈਂਦਾ ਹੈ, ਨੋਰਮਲ 'ਚ ਇਸੇ ਤਰ੍ਹਾਂ ਹੀ ਆਪਾਂ ਦੇਖ ਰਹੇ ਹਾਂ ਇਹਨੂੰ। ਬਟ no instrument can observe the position of electron without affecting its motion। ਪਰ ਕਹਿੰਦੇ ਕੋਈ ਵੀ ਇੰਸਟਰੂਮੈਂਟ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਨਹੀਂ ਬਣਿਆ ਹਜੇ ਤੱਕ ਜਿਹਦੇ ਨਾਲ ਇਲੈਕਟ੍ਰੋਨ ਜੋ ਹੈ ਉਹਦੀ ਜੋ ਮੋਸ਼ਨ ਹੈ ਜਾਂ ਉਹਦੀ ਪੋਜੀਸ਼ਨ ਹੈ ਉਹਨੂੰ ਬਿਨਾਂ ਹਿਲਾਇਆ ਹੀ, ਇਲੈਕਟ੍ਰੋਨ ਨੂੰ ਬਿਨਾਂ ਹਿਲਾਇਆ ਉਹਨੂੰ ਕਿਤੇ ਦੇਖਿਆ ਜਾ ਸਕਦਾ ਹੋਵੇ। ਨਹੀਂ, ਤੁਸੀਂ ਦੇਖਦੇ ਆ ਧੂੜ ਮਿੱਟੀ ਦੇ ਕਣ ਫਰਸ਼ ਦੇ ਉੱਤੇ ਨੀਚੇ ਪਏ ਹੁੰਦੇ ਆ, ਸਾਨੂੰ ਨਜ਼ਰ ਨਹੀਂ ਆਉਂਦੇ। ਜਦੋਂ ਕਿਤੇ ਆਪਾਂ ਝਾੜੂ ਵਗੈਰਾ ਲਗਾਉਂਦੇ ਆ ਤਾਂ ਫਿਰ ਉਹ ਏਅਰ ਦੇ ਵਿੱਚ ਉੱਡਣੇ ਸ਼ੁਰੂ ਹੋ ਜਾਂਦੇ ਆ, ਅਤੇ ਫਿਰ ਕਿਤੇ ਲਾਈਟ ਦਾ ਬੀਮ ਆਉਂਦਾ ਹੋਵੇ ਤਾਂ ਸਾਨੂੰ ਨਜ਼ਰ ਆਉਂਦੇ ਆ। ਅੱਗੇ ਹੈਂਸ ਦ ਅਨਸਰਟੇਨਿਟੀ ਪ੍ਰਿੰਸੀਪਲ ਹੈਜ਼ ਨੋ ਸਿਗਨੀਫਿਕੈਂਸ, ਕੈਂਸ ਹੈ ਇੱਥੇ CANCE, ਸਿਗਨੀਫਿਕੈਂਸ ਇਨ ਅਵਰ ਡੇਲੀ ਲਾਈਫ। ਇਸ ਕਰਕੇ ਕਹਿੰਦੇ ਅਨਸਰਟੇਨਿਟੀ ਪ੍ਰਿੰਸੀਪਲ ਦੀ ਸਾਡੀ ਰੋਜ਼ਾਨਾ ਜ਼ਿੰਦਗੀ 'ਚ ਕੋਈ ਮਹੱਤਤਾ ਨਹੀਂ ਹੈ। ਬਟ ਹਾਂ, ਜੇਕਰ ਇਲੈਕਟ੍ਰੋਨਸ, ਪ੍ਰੋਟੋਨਸ ਜਾਂ ਹੋਰ ਇਹੋ ਜਿਹੇ ਮਾਈਕਰੋਸਕੋਪਿਕ ਪਾਰਟੀਕਲਸ, ਉਹਨਾਂ ਦੀ ਪੋਜੀਸ਼ਨ ਅਤੇ ਉਹਨਾਂ ਦਾ ਮੋਮੈਂਟਮ ਦੇਖਣਾ ਹੋਵੇ, ਫਿਰ ਇਹਦੀ ਮਹੱਤਤਾ ਜ਼ਰੂਰ ਹੈ। ਸੋ ਅੱਜ ਦੇ ਲਈ ਤੁਹਾਡਾ ਇੰਨਾ ਟੌਪਿਕ ਸਹੀ ਹੈ। ਨੈਕਸਟ ਟੌਪਿਕ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।